हाँ जी बेटा जी, इकोलॉजिकल पिरामिड की है ये तुसी एक ना डायग्राम जिहा बना देना। ਤੁਸੀਂ ਟ੍ਰੋਫਿਕ ਲੈਵਲ 'ਚ ਵੰਡ ਸਕਦੇ ਹੋ। ਸਭ ਤੋਂ ਥੱਲੇ ਕਿਹਨੂੰ ਰੱਖਣਾ ਪਲਾਂਟਸ ਨੂੰ, ਫਿਰ ਅੱਗੇ ਹਾਇਰ ਲੈਵਲ ਚੇਨ ਦੇ ਵਿੱਚ ਜਿੱਦਾਂ ਜਾਂਦੇ ਜਾਂਦੇ ਫੂਡ ਚੇਨ ਦੇ ਵਿੱਚ ਉਹ ਜਿਹੜਾ ਆਰਗੈਨਿਜ਼ਮ ਬਾਅਦ 'ਚ ਮਿਲਦਾ ਉਹਨੂੰ ਬਾਅਦ 'ਚ ਰੱਖਣਾ ਵਾ, ਅਤੇ ਜਿਹੜਾ ਪਹਿਲਾਂ ਮਿਲਦਾ ਉਹਨੂੰ ਪਹਿਲਾਂ ਰੱਖਣਾ। ਇੱਦਾਂ ਰੱਖਣਾ ਵੀ ਉਹਨਾਂ ਦੀ ਅਮਾਊਂਟ ਦੇ ਆਧਾਰ 'ਤੇ। ਠੀਕ ਹੈ ਬੇਟਾ ਜੀ, ਕੌਣ ਜ਼ਿਆਦਾ ਤੁਸੀਂ ਵੇਖੋ ਆਲੇ ਦੁਆਲੇ ਤੁਹਾਨੂੰ ਪਲਾਂਟ ਜ਼ਿਆਦਾ ਮਿਲਦੇ ਹਾਲੇ ਵੀ। ਠੀਕ ਹੈ ਜੀ, ਚਾਹੇ ਜੀਵ ਜੰਤੂ ਘੱਟ ਨੇ। ਵੇਖੋ graphical representation of trophic structures and functioning of ecosystem starting with the producer at the base, ਸਭ ਤੋਂ ਥੱਲੇ ਪਲਾਂਟਸ ਨੂੰ ਰੱਖਣਾ ਹੈ। ਐਂਡ ਸਕਸੈਸਿਵ ਟ੍ਰੋਫਿਕ ਲੈਵਲ ਫਾਰਮਿੰਗ ਦਾ ਐਪਕ, ਉਸ ਤੋਂ ਬਾਅਦ ਜਿਹੜੇ ਉੱਤੇ ਆਉਂਦੇ ਨੇ ਜਿੱਦਾਂ ਕਿ ਪਲਾਂਟਸ ਨੂੰ ਖਾ ਕੇ ਸ਼ੀਪ ਸ਼ੂਪਸ ਗੋਟ ਜਿਬਰਾ ਜੁਬਰਾ ਉਹਨੂੰ ਖਾ ਕੇ ਲਾਇਨ। ਅਤੇ ਇੱਦਾਂ ਜੇ ਡਾਇਗਰਾਮ ਬਣਾ ਦੋਗੇ ਤੁਸੀਂ ਪਿਰਾਮਿਡ, ਇਹਨੂੰ ਕਹਿੰਦੇ ਇਕੋਲੋਜੀਕਲ ਪਿਰਾਮਿਡ। ਇਹ ਬੜੀ ਤਰ੍ਹਾਂ ਦੇ ਹੋ ਸਕਦੇ। ਸਭ ਤੋਂ ਪਹਿਲਾਂ ਆ ਜਾਂਦਾ ਪਿਰਾਮਿਡ ਆਫ ਨੰਬਰ। ਪਿਰਾਮਿਡ ਆਫ ਨੰਬਰ ਕਿ ਤੁਸੀਂ ਨੰਬਰ ਦੱਸਣਾ ਕਿਹਦੀ ਗਿਣਤੀ ਕਿੰਨੀ ਹੈਗੀ। ਸਭ ਤੋਂ ਥੱਲੇ ਉਹੀ ਸਭ ਤੋਂ ਪਹਿਲਾਂ ਪਲਾਂਟਸ ਦੀ ਗਿਣਤੀ, ਫਿਰ ਉੱਤੇ ਇੱਦਾਂ ਚੱਲਦੇ ਜਾਣਾ। ਪਿਰਾਮਿਡ ਆਫ ਨੰਬਰ ਇਜ਼ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਆਫ ਨੰਬਰ ਆਫ ਇੰਡੀਵਿਜੂਅਲ ਆਫ ਈਚ ਪਾਪੂਲੇਸ਼ਨ ਇਨ ਅ ਫੂਡ ਚੇਨ। ਕਿ ਕਿੰਨੇ ਗਿਣਤੀ ਕਿੰਨੀ ਗਿਣਤੀ 'ਚ ਕਿਹੜੇ ਜੀਵ ਜੰਤੂ ਹੋ ਗਏ। ਸਭ ਤੋਂ ਪਹਿਲਾਂ ਤਾਂ ਥੱਲੇ ਆ ਵੇਖੋ ਕੀ ਲਿਖਿਆ ਜੀ, ਇਟ ਇਜ਼ ਡਰਾਨ ਫਰੋਮ ਆਟੋਟ੍ਰੋਫਿਕ ਲੈਵਲ। ਸਭ ਤੋਂ ਥੱਲੇ ਕੀ ਹੁੰਦਾ ਪਲਾਂਟਸ, ਫਿਰ ਉਸ ਤੋਂ ਬਾਅਦ ਕੀ ਕੀੜੇ ਮਕੌੜੇ, ਫਿਰ ਬਾਅਦ ਚੂਹੇ, ਫਿਰ ਅੱਗੇ ਸਨੇਕ। ਇੱਦਾਂ ਉਹਨਾਂ ਦੀ ਗਿਣਤੀ ਕਿੰਨੀ ਹੈਗੀ। ਠੀਕ ਹੈ ਬੇਟਾ ਜੀ। ਪਿਰਾਮਿਡ ਆਫ ਨੰਬਰ ਕੈਨ ਬੀ ਯੂਜ਼ ਟੂ ਹਾਊ ਦ ਪਾਪੂਲੇਸ਼ਨ ਆਫ ਸਰਟਨ ਸਪੀਸੀਜ਼ ਅਫੈਕਟ ਅਨਦਰ। ਹੁਣ ਜੇ ਮੰਨ ਲਓ ਪਲਾਂਟ ਦੀ ਗਿਣਤੀ ਘੱਟ ਜਾਏਗੀ, ਇਨਸੈਕਟ ਦੀ ਗਿਣਤੀ ਘੱਟ ਜਾਏਗੀ, ਇਨਸੈਕਟ ਦੀ ਗਿਣਤੀ ਘੱਟ ਜਾਏਗੀ, ਚੂਹੇ ਘੱਟ ਜਾਣਗੇ, ਚੂਹੇ ਘੱਟ ਗਏ ਸੱਪ ਮਰ ਜਾਣਗੇ। ਯਾਨੀ ਕਿ ਵਿੱਚੋਂ ਕੋਈ ਵੀ ਇੱਕ ਜੀਵ ਜੰਤੂ ਦੀ ਪਾਪੂਲੇਸ਼ਨ 'ਚ ਨੰਬਰ ਚੇਂਜ ਹੋ ਜਾਏ ਜਾਂ ਬਹੁਤ ਜ਼ਿਆਦਾ ਇਜ਼ਾਫਾ ਦੂਜੇ ਦੀ ਪਾਪੂਲੇਸ਼ਨ ਨੂੰ ਵੀ ਅਸਰ ਪਾਏਗੀ। ਆਫਨ ਦ ਆਟੋਟ੍ਰੋਫਿਕ ਲੈਵਲ ਇਨ ਪਿਰਾਮਿਡ ਆਫ ਨੰਬਰ ਇਜ਼ ਮਚ ਲਾਰਜਰ ਦੈਨ ਐਨੀ ਹਾਇਰ ਟ੍ਰੋਫਿਕ। ਸਭ ਤੋਂ ਜ਼ਿਆਦਾ ਨੰਬਰ ਵੀ ਇਹਨਾਂ ਦਾ ਹੀ ਹੁੰਦਾ ਹੈ ਪਲਾਂਟਸ ਦਾ ਹੀ। ਐਂਡ ਨੰਬਰ ਡਿਕਰੀਜ਼ਿਜ਼ ਅਪੋਨ ਅਸੈਂਡਿੰਗ, ਜਿੱਦਾਂ ਦਾ ਉੱਪਰ ਜਾਂਦਾ ਗਿਣਤੀ ਘੱਟਦੀ ਜਾਂਦੀ ਹੈ। There are exceptions, however, for example, in tree community, a single tree support many different population of large number. ਇੱਕੋ ਟਰੀ ਹੀ ਕਈ ਜ਼ਿਆਦਾ ਪਾਪੂਲੇਸ਼ਨ ਨੂੰ ਖਾਣਾ ਦੇ ਸਕਦਾ ਹੈ। ਪਿਰਾਮਿਡ ਆਫ ਬਾਇਓਮਾਸ, ਇਹਦਾ ਮਤਲਬ ਕਿ ਤੁਸੀਂ ਵਜਨ ਦੇ ਆਧਾਰ 'ਤੇ ਤੁਸੀਂ ਕਰਨਾ ਹੈ। ਸਭ ਤੋਂ ਥੱਲੇ ਪਹਿਲੇ ਪਲਾਂਟ ਦਾ ਵਜਨ, ਫਿਰ ਉੱਤੇ ਦੂਜੇ ਜਿਹੜਾ ਕਿ ਪਲਾਂਟ ਖਾਂਦੇ ਉਹਨਾਂ ਦਾ ਵਜਨ, ਫਿਰ ਬਾਅਦ 'ਚੋਂ ਸਭ ਤੋਂ ਉੱਤੇ ਜਿਹੜਾ ਜਾਨਵਰ ਪਲਾਂਟ ਨੂੰ ਖਾਂਦੇ ਉਹਨਾਂ ਨੂੰ ਗਾਹ ਜਿਹੜੇ ਖਾਂਦੇ ਉਹਨਾਂ ਦਾ ਵਜਨ ਸਭ ਤੋਂ ਉੱਪਰ। ਅਤੇ ਇਹਦੇ ਵਿੱਚ ਤੁਸੀਂ ਪਾਣੀ ਕੱਢਣ ਤੋਂ ਬਾਅਦ ਮਤਲਬ ਡਰਾਈ ਵੇਟ ਲੈਣਾ ਹੁੰਦਾ ਪਾਣੀ ਦਾ, ਕਿਉਂਕਿ ਤੁਹਾਨੂੰ ਪਤਾ ਸਾਡੀ ਬੋਡੀ 'ਚ ਵੀ ਪਾਣੀ ਹੁੰਦਾ। 75% ਪਾਰਟ ਸਾਡੀ ਬੋਡੀ ਦਾ ਕੀ ਹੈ ਪਾਣੀ। ਜਦੋਂ ਪਾਣੀ ਨਹੀਂ ਕੱਢ ਦੋ ਸਾਡੀ ਬੋਡੀ ਵਿੱਚੋਂ, ਉਸ ਤੋਂ ਬਾਅਦ ਵੇਟ ਹੋਏਗਾ ਉਹ ਕਹਿੰਦੇ ਬਾਇਓਮਾਸ ਕਹਿੰਦੇ ਉਹਨੂੰ। ਇਲਸਟ੍ਰੇਟ ਦ ਅਮਾਊਂਟ ਆਫ ਬਾਇਓਮਾਸ ਇਨ ਈਚ ਟ੍ਰੋਫਿਕ ਲੈਵਲ। ਬਾਇਓਮਾਸ ਵੇਟ ਇਜ਼ ਡਿਟਰਮਿਨਡ ਆਫਟਰ ਡੀਹਾਈਡ੍ਰੇਸ਼ਨ। ਸੋ ਦ ਅਮਾਊਂਟ ਆਫ ਮੈਟਰ ਲਾਸ ਬਿਟਵੀਨ ਟ੍ਰੋਫਿਕ ਲੈਵਲ, ਕਿੰਨਾ ਮੈਟਰ ਲਾਸ ਹੁੰਦਾ ਹੈ ਉਹ ਇਹ ਪਿਰਾਮਿਡ ਆਫ ਬਾਇਓਮਾਸ ਕੀ ਦੱਸਦਾ, ਕਿੰਨਾ ਇੱਕ ਟ੍ਰੋਫਿਕ ਲੈਵਲ ਤੋਂ ਦੂਜੇ ਟ੍ਰੋਫਿਕ ਲੈਵਲ 'ਤੇ ਜਾਣ 'ਤੇ ਕਿੰਨਾ ਮਾਸ ਘੱਟ ਜਾਂਦਾ ਹੈ ਉਹ ਦੱਸਦਾ ਹੈ। ਮਈਅਰਡ ਇਨ ਕੇਜੀ, ਗ੍ਰਾਮਸ ਔਰ ਪਾਊਂਡਸ। ਠੀਕ ਹੈ ਜੀ। ਪਿਰਾਮਿਡ ਆਫ એનર્ਜੀ ਇਹ 'ਚ ਵੇਖਣਾ ਹੈ ਕਿ ਇੱਕ ਟ੍ਰੋਫਿਕ ਲੈਵਲ ਤੋਂ ਦੂਜੇ ਟ੍ਰੋਫਿਕ ਲੈਵਲ 'ਚ ਕਿੰਨੀ એનર્ਜੀ ਟ੍ਰਾਂਸਫਰ ਹੁੰਦੀ ਹੈ, ਇਹ ਦੱਸਦਾ। ਠੀਕ ਹੈ ਜੀ। ਇੱਕ ਗੱਲ ਯਾਦ ਰੱਖਣਾ, 10% ਲਾਅ ਫੋਲੋ ਹੁੰਦਾ ਹੈ। 10% ਲਾਅ ਫੋਲੋ ਹੁੰਦਾ ਜੇ 10% ਲਾਅ ਕਹਿੰਦਾ ਜਦੋਂ ਇੱਕ ਟ੍ਰੋਫਿਕ ਲੈਵਲ ਤੋਂ ਦੂਜੇ ਟ੍ਰੋਫਿਕ ਲੈਵਲ 'ਤੇ ਜਾਏਗੀ ਤਾਂ 10% એનર્ਜੀ ਘਟਦੀ ਜਾਂਦੀ ਹੈ। ਮੰਨ ਲਓ ਜੇ ਪੌਦੇ ਕੋਲ ਹੈਗੀ 100 ਜਾਊਲ એનર્ਜੀ ਗਈ ਪੌਦੇ ਕੋਲ, ਅਤੇ ਇਹਦਾ 10% ਹੀ ਅੱਗੇ ਤੁਹਾਡੇ ਇਨਸੈਕਟ ਕੋ ਜਾਏਗਾ। 10% ਹੀ ਇਨਸੈਕਟ ਕੋ ਜਾਏਗਾ, ਮਤਲਬ ਕਿ 10% 100 ਦਾ ਕਿੰਨਾ ਹੋ ਗਿਆ ਜੀ, ਯਾਨੀ ਕਿ ਇਹਦੇ ਕੋਲ ਸਿਰਫ 10 ਜਾਊਲ ਹੀ ਪਹੁੰਚਣੀ ਹੈ। ਅਤੇ ਇਨਸੈਕਟ ਨੂੰ ਜੇ ਕੋਈ ਪਲਾਂਟ ਖਾਏਗਾ, ਇਨਸੈਕਟ ਨੂੰ ਜੇ ਕੋਈ ਫਰੌਗ ਖਾਏਗਾ ਤਾਂ ਉਹਨੂੰ ਇਹਦੇ ਕੋਲੋਂ ਵੀ 10% ਹੀ ਮਿਲਣਾ ਹੈ। ਯਾਨੀ ਕਿ 10 × 10/100 ਯਾਨੀ ਕਿ 1% એનર્ਜੀ ਮਿਲਣੀ ਹੈ ਸਿਰਫ। ਇਹਦੇ ਕੋਲ ਚਾਹੇ 100 ਜਾਊਲ ਹੀ, ਪਰ ਇਹਦੇ ਕੋਲ ਪਹੁੰਚਦੇ 1 ਜਾਊਲ એનર્ਜੀ ਰਹਿ ਗਈ। ਠੀਕ ਹੈ ਜੀ। ਇੱਦਾਂ ਹਰ ਟ੍ਰੋਫਿਕ ਲੈਵਲ 'ਤੇ 10% ਸਿਰਫ 10% ਹੀ ਐਨਰਜੀ ਮਿਲਦੀ ਹੈ, ਬਾਕੀ ਸਾਰੀ ਐਨਰਜੀ ਵੇਸਟ ਹੋ ਜਾਂਦੀ ਹੈ। ਅਤੇ ਇਸ ਕਰਕੇ ਤਾਂ ਹੀ ਜੇ ਮੈਨ ਖਾਏਗਾ ਐਂਡ 'ਤੇ ਇਹਨੂੰ ਫਰੌਗ ਨੂੰ, ਤੇ ਇਹਨੂੰ ਤਾਂ ਇੱਕ ਜਾਊਲ ਦਾ ਵੀ 10ਵਾਂ ਹਿੱਸਾ ਮਿਲਣ ਦਿਆ, ਯਾਨੀ ਕਿ 0.1 ਜਾਊਲ ਐਨਰਜੀ ਮਿਲਣੀ ਹੈ। ਜਦ ਕਿ ਮੈਨ ਜੇ ਸਿੱਧਾ ਪਲਾਂਟ ਨੂੰ ਖਾਵੇ ਤਾਂ ਉੱਥੋਂ ਉਹਨੂੰ ਕਿੰਨੀ ਮਿਲੇਗੀ 10 ਜਾਊਲ। ਇਸ ਕਰਕੇ ਕਹਿੰਦੇ ਆ ਕਿ ਗ੍ਰੀਨ ਵੈਜੀਟੇਬਲਸ ਖਾਣੇ ਚਾਹੀਦੇ ਆ। Pyramid of energy shows energy available at each trophic level. The size of block represent proportion of productivity measured in joules or calories. ठीक है जी। तो हर लेवल पे 10% एनर्जी इज ट्रांसफर्ड एट ईच ट्रॉफिक लेवल। लिख सकते हो एट ईच ट्रॉफिक लेवल only 10% energy is transferred, ਰੈਸਟ ਇਜ਼ ਵੇਸਟਡ, ਬਾਕੀ ਸਾਰੀ ਵੇਸਟ ਹੋ ਜਾਂਦੀ ਹੈ। ਠੀਕ ਹੈ ਜੀ। ਮੰਨ ਲਓ ਤੁਹਾਨੂੰ ਮੈਂ ਡਾਇਗਰਾਮ ਬਣਵਾ ਦਿੱਤਾ ਸੀ, ਉਹਨੇ ਫਿਰ ਬਣਾ ਦੇਣਾ। ਪਲਾਂਟ ਕੋਲ ਹੈਗੀ ਆ ਮੰਨ ਲਓ 100 ਜਾਊਲ ਐਨਰਜੀ, ਇਹਨੂੰ ਕਿਸੇ ਇਨਸੈਕਟ ਨੇ ਖਾਧਾ ਤਾਂ ਉਹਨੂੰ ਇਹਦਾ 10% ਹੀ ਮਿਲਣਾ ਹੈ। 10% ਯਾਨੀ ਕਿ ਇਹਦੇ ਕੋਲ ਸਿਰਫ ਆਏਗੀ 10 × 100/100 ਯਾਨੀ ਕਿ 10 ਜਾਊਲ ਐਨਰਜੀ ਇਹਦੇ ਕੋਲ ਆਏਗੀ। ਫਿਰ ਬਾਅਦ 'ਚੋਂ ਜੇ ਇਹਨੂੰ ਕੋਈ ਫਰੌਗ ਖਾਂਦਾ ਹੈ
तो उन्होंने ਇਹਦਾ ਵੀ 10% ही मिलना है कि 10 इंटू 10/100 यानी कि 100 ਨਾਲ 100 ਕੱਟ ਗਿਆ ਇਹਦੇ ਕੋਲ ਸਿਰਫ ਕਿੰਨੀ એનર્ਜੀ ਪਹੁੰਚੀ 1 ਜੂਲ એનર્ਜੀ ਪਹੁੰਚੀ ਤੇ ਜੇ ਇਹਨੂੰ ਕੋਈ ਮੈਨ ਖਾ ਲੇਗਾ ਫਰੋਗ ਨੂੰ ਤੇ ਉਹਨੂੰ ਕੀ ਮਿਲੇ 10% એનર્ਜੀ ਮਿਲੇਗਾ 10 ਗੁਣਾ 1 ਠੀਕ ਹੈ ਜੀ ਯਾਨੀ ਕਿ ਇਹ ਕੀ ਹੋ ਗਿਆ 1/10 यानी कि 0.1 जूल एनर्जी मिलेगी ठीक है जी ये को शुरू च कितनी 100 जूल जे एस फूड चेन था नहीं आवे तो मैन को सिर्फ कितनी पहुंची 0.1 जूल बट जे मैन सीधा ही प्लांट को खा ले तो उनको कितनी मिल जाएगी 10% ऑफ 100 यानी कि उन्हें मिल जाएगी 10 जूल एनर्जी मिल जाएगी ठीक है बेटा जी ये होंगे एनर्जी फ्लो ठीक है बेटा जी यह लिख लेना हुण अगली जी चीज़ आ जाती है हुण आप ईकोसिस्टम पढ़ लेने वक्रो वक्रे फॉरेस्ट ईकोसिस्टम नैचुरल ईकोसिस्टम किहड़े फॉरेस्ट दे हैव प्रिडोमिनेंस ऑफ ट्रीज इन्हां विच ट्री होंदे आ दे आर इंटरसैप्टेड विद लार्ज नंबर ऑफ स्पीसीज बड़े इन्हां विच स्पीसीज बहुत ज़्यादा होंदे श्रब्स क्लाइंबर्स लाइकन्स एल्गी वैरायटी ऑफ एनीमल्स एंड बर्ड फॉरेस्ट बड़ा सब चीज़ां होंदियां ने ठीक है जी Depending upon the climatic condition, forest can be of different type. Tropical rainforest, tropical deciduous forest, as different types of forest again. Evergreen coniferous forest. ठीक है जी अगे तुहाडा की आ गया डेजर्ट इकोसिस्टम में क्या जाएंगे डेजर्ट प्लांट्स आ जाएंगे एनीमल्स आ जाएंगे एनीमल डेजर्ट के किहड़े डेजर्ट इकोसिस्टम आ गया जी ठीक है जी डेजर्ट इकोसिस्टम में की है तो ये ऊँट वेखते हो उत्थे या कोई इदा की छिपकलियाँ छुपकलियाँ ही होंदियां वड्डियां वड्डियां ठीक है जी चूहे होंदे है डेजर्ट एनीमल विच है गिला मॉन्स्टर लिजर्ड ठीक है रोडेंट्स आ जाते हैं रैट्स वगैरह होंदे है डेजर्ट एरिया तो प्लांट्स साढ़े किहड़े होंदे है कैक्टस वगैरह इहो जिहे प्लांट्स होंदे हैं जिन्हां दे विच इन्हां दे लीव्स की होंदे है बहुत छोटे होंगे ताकि उन्होंने तो ट्रांसपीरेशन घट हो ठीक है बेटा जी जो डेजर्ट के प्लांट होंगे हैं डेजर्ट प्लांट्स हैव स्मॉल लीव्स और लीव्स टर्न और लीव्स इन फॉर्म ऑफ स्पाइंस और थॉर्न्स कंडियां वांगू और थॉर्न्स स्पाइन का मतलब कंडे ठीक है बेटा जी टू रिड्यूस वाटर लॉस ड्यू टू ट्रांसपीरेशन ट्रांसपीरेशन में की होंदा वा कि पौधे लीव के पौधों जो पानी भाप बन के उड़ता रहता है उन्होंने घट कर लीव का साइज़ वड्डा होएगा तो ज़्यादा होएगा ट्रांसपीरेशन जिदा तुसीं वेख्या वा अगर कपड़े धो के तुसीं उदां ही गंढ जी वांगू रख दो तो छेती नहीं सुकते पर फैला के रखो तो छेती सुकते हैं क्योंकि उन्होंने साइज़ वड्डा हो जाता वा ठीक है बेटा जी जो लीव का साइज़ ही छोटा होएगा तो उन्होंने विचों की घट होएगा वाष्पीकरण पानी का घट होएगा क्योंकि पानी उत्थे घट हुंदा डेजर्ट एरिया ठीक है तो डेजर्ट दे विच की हुंदा वा जिहड़ा एबायोटिक फैक्टर होणगे उत्थे की होएगा एबायोटिक फैक्टर दे विच की होएगा उत्थे की होएगा लो रेनफॉल होएगी रेनफॉल की होएगी लो होएगी ठीक है बेटा जी टैंपरेचर की होएगा हाई होएगा टैंपरेचर हाई होएगा बेटा जी ठीक है तो न्यूट्रीएंट भी उत्थे सॉयल दे विच की घट होणगे सॉयल दे विच न्यूट्रीएंट्स भी की होणगे घट होणगे ठीक है बेटा जी अगे ग्रासलैंड इकोसिस्टम ग्रासलैंड इतने घाह वगैरह ज़्यादा होंदा है ग्रीनरी बड़ी होंदी है इज एन इकोलॉजिकल यूनिट दैट हैज़ फिजिकल पैटर्न लाइक वाटर सॉयल एयर विच हेल्प टू एस्टैब्लिश द एनिमल्स लिव देयर द प्लांट्स एंड एनिमल माइक्रोब्स अलॉन्ग विद वाटर सॉयल एंड एयर दे आर लिव इन हेल्प टू क्रिएट द इकोसिस्टम ठीक है जी अबाउट एनी किलोमीटर ऑफ अर्थ सरफेस इज कवर्ड विद ग्रासलैंड विच मेक्स अप 32% ऑफ प्लैनेट कवर्ड ओवर द 32% हिस्सा जो धरती का हैगा जे वो की वा ग्रासलैंड की फॉर्म च ग्रासलैंड अकर इन रीजन दैट आर टू ड्राई फॉर फॉरेस्ट बट दे हैव सफिशेंट सॉयल वाटर टू सपोर्ट अ क्लोज्ड हरबेशियस प्लांट कैनोपी दैट इज़ लैकिंग इन डेजर्ट ये इन्ना कदे न्यूट्रीएंट होंदा है कि जंगल ना बने बट इन्ना घट भी नहीं होंदा कि रेतीला
ਜਗ੍ਹਾ ਬਣ ਜਾਏ, ਠੀਕ ਹੈ ਜੀ, ਇੱਕ ਹਰਿਆਲੀ ਜੀ, ਇੱਕ ਚਾਦਰ ਜੀ ਵਿਛੀ ਰਵੇ। Different kind of grassland develop within the continents and their classification is based on similarity of dominant vegetation। ਉੱਥੇ ਕਿੱਦਾਂ ਤਰ੍ਹਾਂ ਦੇ ਉੱਥੇ ਪਲਾਂਟ ਹੈਗੇ ਨੇ, presence or absence of certain species, prevailing climate condition। grassland ਦਾ ਵਰਗੀਕਰਨ ਕੀਤਾ ਜਾਂਦਾ, ਕੰਡੀਸ਼ਨ ਕਿੱਦਾਂ ਦੀ ਹੈ ਉਸ ਹਿਸਾਬ ਨਾਲ। temperate grassland, tropical grassland, polar grassland। grassland soils are highly fertile, ਉੱਥੇ ਬੜੀ ਉਪਜਾਊ ਹੁੰਦੀ ਹੈ, ਤਾਂ ਹੀ ਉੱਥੇ ਮਤਲਬ ਹਰਿਆਲੀ ਹੁੰਦੀ ਹੈ। contain large amount of exchangeable bases and organic matter, ਉਹ 'ਚ organic matter nutrients ਦੀ ਬੜੀ ਵਾਧ ਹੁੰਦੀ ਹੈ ਗ੍ਰਾਸਲੈਂਡ ਜਿੱਥੇ ਹੁੰਦਾ। ਆ ਗ੍ਰਾਸਲੈਂਡ ਦਾ ਇੱਕ ਫੂਡ ਵੈਬ ਦਿਖਾਇਆ ਗਿਆ ਹੈ, ਠੀਕ ਹੈ ਜੀ। ਜਿੱਦਾਂ ਜੈਬਰਾ ਨੂੰ ਹਾਈਨਾ ਖਾ ਗਿਆ, ਠੀਕ ਹੈ, ਪਲਾਂਟ ਨੂੰ ਖਾ ਗਿਆ, ਅਤੇ ਜੈਬਰਾ ਨੂੰ ਇਹ ਖਾ ਗਿਆ, ਗਾਂ ਅੱਗੇ ਜੈਬਰਾ ਨੂੰ ਕੌਣ ਖਾ ਗਿਆ, ਚੀਤਾ ਖਾ ਗਿਆ, ਇੱਕ ਫੂਡ ਵੈਬ ਬਣਿਆ ਹੈ ਜੀ, ਠੀਕ ਹੈ ਜੀ। ਹੁਣ ਅੱਗੇ ਐਕੁਐਟਿਕ ਇਕੋਸਿਸਟਮ ਦੀ ਉਦਾਹਰਨ ਇੱਕ ਆ ਗਈ ਐਸਚਰੀਜ਼। ਐਸਚਰੀ ਸੈਮੀ ਕਲੋਜ਼ਡ ਕੋਸਟਲ ਬੋਡੀ ਆਫ ਵਾਟਰ ਦੈਟ ਹੈਜ਼ ਫ੍ਰੀ ਕਨੈਕਸ਼ਨ ਵਿਦ ਸੀ। ਐਸਚਰੀ ਇੱਕ ਇਹੋ ਜਿਹੀ ਹੁੰਦੀ, ਥੋੜ੍ਹੀ ਜਿਹੀ ਬੰਦ ਜਿਹੀ ਹੁੰਦੀ ਹੈ, ਥੋੜ੍ਹੀ ਸੀ ਦਾ ਥੋੜ੍ਹਾ ਜਿਹਾ ਬੰਦ ਜਿਹਾ ਪੋਰਸ਼ਨ, ਜਿਹਦਾ ਕਿ ਸੀ ਨਾਲ ਡਾਇਰੈਕਟ ਕਨੈਕਸ਼ਨ ਵੀ ਹੁੰਦਾ। ਐਨ ਏਰੀਆ ਇਨ ਵਿਚ ਫਰੈਸ਼ ਵਾਟਰ ਫਰੋਮ ਰਿਵਰ ਮਿਕਸਡ ਵਿਦ ਸਾਲਟ ਵਾਟਰ ਫਰੋਮ ਦ ਓਸ਼ਨ। ਐਸਚਰੀ ਉਹ ਵਾਲਾ ਏਰੀਆ ਹੁੰਦਾ ਜਿੱਥੇ ਰਿਵਰ ਵਿੱਚੋਂ ਫਰੈਸ਼ ਵਾਟਰ ਕਿੰਨਾ ਮਿਕਸ ਕਰਦਾ ਹੈ, ਸੀ ਦੇ ਓਸ਼ਨ ਦੇ ਸਾਲਟ ਵਾਟਰ ਨਾਲ। ਟ੍ਰਾਂਜੀਸ਼ਨ ਏਰੀਆ ਫਰੋਮ ਦ ਲੈਂਡ ਟੂ ਦ ਓਸ਼ਨ, ਇੱਕ ਇਹੋ ਜਿਹਾ ਏਰੀਆ ਜਿੱਥੋਂ ਕਿ ਤੁਸੀਂ ਲੈਂਡ ਤੋਂ ਕਿੱਥੇ ਜਾਂਦੇ ਹੋ, ਓਸ਼ਨ ਦੇ ਵਿੱਚ ਜਾਂਦੇ ਹੋ। ਅਦਰ ਨੇਮਸ ਜਿਹੜੇ ਬੇ ਹੁੰਦਾ, ਸਾਊਂਡ ਹੁੰਦਾ, ਲੈਗੂਨ ਹੁੰਦਾ, ਹਾਰਬਰ ਹੁੰਦਾ, ਠੀਕ ਹੈ। ਦ ਓਸ਼ਨ ਏਰੀਆ ਵੇਅਰ ਫਰੈਸ਼ ਐਂਡ ਸਾਲਟ ਮਿਕਸ, ਇੱਥੇ ਐਸਚਰੀ ਰਿਵਰ ਬ੍ਰਿੰਗਿੰਗ ਫਰੈਸ਼ ਵਾਟਰ ਟੂ ਸੀ। ਕਰੈਕਟਰਿਸਟਿਕਸ ਆਫ ਐਸਚਰੀ ਵੈਰੀ ਨਿਊਟਰੈਂਟ ਵਿੱਚ, ਕਿਉਂਕਿ ਇਹ 'ਚ ਬੜੇ ਫਰੈਸ਼ ਵਾਟਰ ਵਿੱਚ ਬੜੇ ਸਾਰੇ ਨਿਊਟਰੈਂਟ ਹੋ ਗਏ, ਅਤੇ ਇੱਥੇ ਆ ਕੇ ਮਿਲਦਾ ਹੈ, ਅਤੇ ਸਾਲਟ ਓਸ਼ਨ ਦਾ ਵੀ ਪਾਣੀ ਮਿਲਦਾ, ਅਤੇ ਇੱਥੇ ਬੜੇ ਜ਼ਿਆਦਾ ਨਿਊਟਰੈਂਟ ਹੋਣਗੇ। ਲੀਡਸ ਟੂ ਹਾਈ ਪ੍ਰੋਡਕਟਿਵਿਟੀ ਵਿਦ ਐਂਡ ਹਾਈ ਬਾਇਓਡਾਇਵਰਸਿਟੀ। ਇੱਥੇ ਐਸਚਰੀ ਲਾਗੇ ਜਿਹੜੇ ਸਪੀਸੀਜ਼ ਹੋਣਗੇ, ਜੀਵ ਜੰਤੂ ਹੋਣਗੇ, ਜ਼ਿਆਦਾ ਹੋਣਗੇ, ਹਰਿਆਲੀ ਬਹੁਤ ਜ਼ਿਆਦਾ ਹੀ। ਦੇਅਰ ਇਜ਼ ਗ੍ਰੈਜੂਅਲ ਇੰਕਰੀਜ਼ ਇਨ ਸੋਲਿਨਿਟੀ, ਹੌਲੀ ਹੌਲੀ ਉਹਦਾ ਸੈਲਨਿਟੀ ਮਤਲਬ ਲੂਣ ਦਾ ਕੰਟੈਂਟ ਵੱਧਦਾ ਐਜ਼ ਯੂ ਗਰੋ ਫਰੋਮ ਰਿਵਰ ਟੂ ਦ ਮਿਡਲ ਆਫ ਦ ਐਸਚਰੀ, ਕਿਉਂਕਿ ਜਿੱਦਾਂ ਰਿਵਰ ਦੇ ਕੋਲ ਦੀ ਸੈਂਟਰ ਦੇ ਵਿੱਚ ਜਾਂਦੀ ਜਾਊਗੀ ਐਸਚਰੀ ਦੇ, ਉੱਧਰੋਂ ਓਸ਼ਨ ਨੇੜੇ ਆਉਂਦਾ ਜਾਏਗਾ, ਅਤੇ ਇਸ ਕਰਕੇ ਸੀ ਦਾ ਸਾਲਟ ਦਾ ਕੰਟੈਂਟ ਵੀ ਵੱਧਦਾ ਜਾਏਗਾ। ਸੈਡੀਮੈਂਟ ਸੈਟਲਡ ਆਊਟ ਇਨ ਦ ਐਸਚਰੀ ਵੈਨ ਦ ਵਾਟਰ ਸਲੋਜ਼ ਡਾਊਨ। ਜਦੋਂ ਇਹਦੇ ਵਿੱਚ ਜਿਹੜੇ ਨਿਊਟ੍ਰੀਐਂਟ ਘੁਲੇ ਹੁੰਦੇ ਨੇ ਉਹ ਥੱਲੇ ਬਹਿ ਜਾਂਦੇ ਨੇ, ਜਦੋਂ ਕੀ ਹੁੰਦਾ ਵਾਟਰ ਦਾ ਵਹਾਅ ਘੱਟ ਜਾਂਦਾ। ਨਿਊਟ੍ਰੀਐਂਟ ਐਕੂਮੂਲੇਟ ਔਨ ਦ ਬਾਟਮ, ਪੋਲਿਊਟੈਂਟ ਆਰ ਐਬਜ਼ੋਰਬਡ ਇਨ ਦ ਐਸਚਰੀ। ਸਾਰੇ ਜਿਹੜੇ ਪਿੱਛੋਂ ਪਲੈਟਨ ਵੀ ਪ੍ਰਦੂਸ਼ਣ ਪਦਾਰਥ ਵੀ ਜਿਹੜੇ ਹੁੰਦੇ, ਸਾਰੇ ਜਿਹੜਾ ਪਾਣੀ ਲੈ ਕੇ ਆਉਂਦਾ ਹੈ, ਉਹ ਸਾਰੇ ਇੱਥੇ ਆ ਕੇ ਜੋ ਥੱਲੇ ਬਹਿਣੇ ਸ਼ੁਰੂ ਹੋ ਜਾਂਦੇ ਆ ਐਸਚਰੀ ਦੇ ਵਿੱਚ ਹੀ, ਠੀਕ ਹੈ ਜੀ। ਐਕੁਐਟਿਕ ਇਕੋਸਿਸਟਮ ਦੀ ਉਦਾਹਰਨ ਐਸਚਰੀ ਕੀਤੀ ਸੀਗੀ। ਐਕੁਐਟਿਕ ਇਕੋਸਿਸਟਮ ਦਾ ਜਿੱਥੇ ਕਿ ਪਾਣੀ ਹੋਵੇ, ਇਕੋਸਿਸਟਮ ਇਨ ਬੋਡੀ ਆਫ ਵਾਟਰ, ਕਮਿਊਨਿਟੀਜ਼ ਆਫ ਆਰਗੈਨਿਜ਼ਮ that are dependent on each other and on their environment live in aquatic ecosystem। aquatic ecosystem का फ्रैश वाटर हो सकता, मरीन इकोसिस्टम हो सकता। फ्रैश वाटर पॉन्ड इकोसिस्टम, स्मॉल बॉडीज ऑफ फ्रैश वाटर विद शैलो एंड स्टिल वाटर, ਜਿਹੜਾ ਵਾਟਰ ਤੁਰਦਾ ਨਾ ਹੋਵੇ, स्टैंडिंग वाटर होवे। मार्श एंड लेक इकोसिस्टम, स्लो मूविंग वाटर लाइक पूल्स, ponds and lake। रिवर इकोसिस्टम, large stream flowing downward from the mountain highland into the sea। marine ecosystem cover approximately 71% अर्थ सर्फेस ਦਾ, ਧਰਤੀ ਦਾ 71% ਹਿੱਸਾ ਮਰੀਨ ਨਾਲ ਹੀ ਸੀ, ਐਂਡ ਕੰਟੇਨ approximately 97% of the planet's water। ਇਹ ਪਾਣੀ ਪੀਣ ਲਾਇਕ ਨਹੀਂ ਹੁੰਦਾ, ਠੀਕ ਹੈ। ਇਹ ਐਕੁਐਟਿਕ ਸਿਸਟਮ ਦੀ ਪਿਕਚਰ ਬਣੀ ਪਈ ਹੈ, ਠੀਕ ਹੈ। ਅਤੇ ਬੇਟਾ ਜੀ ਇਸ ਤਰ੍ਹਾਂ ਹੀ ਈਕੋਸਿਸਟਮ ਵੱਖੋ ਵੱਖਰੇ ਟਾਈਪ ਦੇ ਪੜ੍ਹ ਚੁੱਕੇ ਹਾਂ, ਅਤੇ ਤੁਸੀਂ ਆਪਣਾ ਨੋਟ ਕਰ ਲਓ, ਠੀਕ ਹੈ। ਅਗਲਾ ਟਾਪਿਕ ਅਗਲੇ ਲੈਕਚਰ 'ਚ। ਧੰਨਵਾਦ।